अस्सलाम वालेकुम जी। वेलकम होगा तुहानू सारिਆਂ ਨੂੰ ਜ਼ਰੀਸ਼ ਕੁਕਿੰਗ ਚੈਨਲ ਵਿੱਚ। ਤਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਆਲੂ ਤੇ ਸੂਜੀ ਦੀਆਂ ਮਜ਼ੇਦਾਰ ਜਿਹੀਆਂ ਟਿੱਕੀਆਂ। फाइनल लुक तो तुसी वेख ही रहे हो कि बहुत ही क्रिस्पी ते क्रंची जिहियां बन के तैयार होईयां, ठीक है ना। तो चलो आपां हुण वीडियो नू करदे आं स्टार्ट ते रेसिपी बनाने आं। तां तुसी भी मेरे नाल ही रहना। रेसिपी जिहड़ी मैं बनान लगी है ना तुसी सारी देखदे तक तुहानू एंड तक समझ आवे कि मैं जिहड़ियां टिक्कियां बनाईयां हैं ना इह किद्दां बनाईयां ते किद्दां बणीआं, ठीक है ना। तो चलो आपां हुण चलदे आं ते रेसिपी तरफ। ਬਣਾਉਣ ਲਈ ਸਭ ਤੋਂ ਪਹਿਲੇ ਮੈਂ 3 ਆਲੂ ਲਏ ਕੱਚੇ, ਉਹਨਾਂ ਨੂੰ ਧੋ ਕੇ ਛਿਲਕਾ ਉਤਾਰ ਕੇ ਉਹਨਾਂ ਦਾ ਤੇ ਉਹਨਾਂ ਨੂੰ ਮੈਂ ਪਾਣੀ ਦੇ ਵਿੱਚ ਕੱਦੂਕਸ਼ ਕੀਤਾ, ਠੀਕ ਹੈ ਨਾ। ਤੁਸੀਂ ਦੇਖ ਸਕਦੇ ਹੋ ਮੈਂ ਪਾਣੀ ਵਿੱਚ ਕੱਦੂਕਸ਼ ਤਾਂ ਕੀਤਾ ਤਾਂ ਕਿ ਆਲੂ ਜਿਹੜੇ ਹਨ ਨਾ ਉਹ ਬਲੈਕ ਨਾ ਹੋਣ। ਅੱਛਾ ਜੀ, ਤੇ ਉਸ ਤੋਂ ਬਾਅਦ ਮੈਂ ਇੱਕ ਕੜਾਈ ਲਈ, ਠੀਕ ਹੈ। ਉਹਦੇ ਵਿੱਚ ਮੈਂ ਪਾਇਆ ਘਿਓ, ਤੁਸੀਂ ਘਿਓ ਚਾਹੇ ਆਇਲ ਕੁਛ ਵੀ ਯੂਜ਼ ਕਰ ਲਓ, ਠੀਕ ਹੈ ਨਾ। ਉਹ ਤੋਂ ਬਾਅਦ ਅਸੀਂ 1 ਚਮਚ ਇਹਦੇ ਵਿੱਚ ਲਸਣ ਦਾ ਪੇਸਟ ਪਾਉਣਾ, ਠੀਕ ਹੈ ਨਾ। ਲਸਣ ਛਿਲ ਕੇ ਨਾ ਉਹਨੂੰ ਬਾਰੀਕ ਬਾਰੀਕ ਕੁੱਟ ਲਓ, ਠੀਕ ਹੈ ਨਾ, ਉਹਦਾ ਪੇਸਟ। ਤੇ 1 ਚਮਚ ਵਿੱਚ ਜ਼ੀਰਾ ਐਡ ਕਰ ਦਿੱਤਾ। ਅਸੀਂ ਇਹਨੂੰ 2-3 ਮਿੰਟ ਰੋਸਟ ਕਰਨਾ ਤੇ ਰੋਸਟ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕਰ ਦੇਣੀਆਂ ਸਬਜ਼ ਮਿਰਚਾਂ 3 ਤੋਂ 4 ਕੱਟੀਆਂ ਹੋਈਆਂ। 1 ਚਮਚ ਹੋਰ ਮੈਂ ਘਿਓ ਦਾ ਪਾਊਂਗੀ ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਕਿ ਮਤਲਬ ਘੱਟ ਵਾ, ਠੀਕ ਹੈ। ਤਾਂ ਉਸ ਤੋਂ ਬਾਅਦ ਅਸੀਂ 2 ਮਿੰਟ ਰੋਸਟ ਕਰਾਂਗੇ ਤੇ ਹੁਣ ਇਹਦੇ ਵਿੱਚ ਮੈਂ ਐਡ ਕਰ ਦੂੰਗੀ ਆਲੂ ਜਿਹੜੇ ਮੈਂ ਕੱਦੂਕਸ਼ ਕਰਕੇ ਰੱਖੇ ਸੀ, ਠੀਕ ਹੈ ਨਾ। ਉਹਨਾਂ ਦਾ ਪਾਣੀ ਕੱਢ ਕੇ ਮੈਂ ਸਾਈਡ 'ਤੇ ਕਰ ਲਿਆ ਸੀਗਾ। ਤਾਂ ਆ ਦੇਖੋ ਹੁਣ 2-3 ਮਿੰਟ ਤਾਂ ਰੋਸਟ ਹੋ ਹੀ ਗਿਆ। ਤਾਂ ਹੁਣ ਮੈਂ ਇਹਦੇ ਵਿੱਚ ਆਲੂ ਐਡ ਕਰ ਦੇਣੇ, ਠੀਕ ਹੈ ਨਾ। ਕੱਦੂਕਸ਼ ਕੀਤੇ ਹੋਏ ਆਲੂ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਪਕਾਉਣਾ, ਇੰਨਾ ਵੀ ਨਹੀਂ ਪਕਾਉਣਾ ਕਿ ਹੁਣ ਉਹ ਸਾੜੀ ਜਾਣ ਤੇ ਥੱਲੇ ਹੀ ਲੱਗ ਜਾਣ, ਠੀਕ ਹੈ ਨਾ। ਇੰਨਾ ਅਸੀਂ ਇਸ ਚੀਜ਼ ਦਾ ਖਿਆਲ ਹੀ ਰੱਖਣਾ। ਤਾਂ ਇੱਥੇ 2-3 ਮਿੰਟ ਹੋ ਚੁੱਕੇ ਆ ਪਕਾਉਂਦਿਆਂ ਹੋਇਆਂ, ਠੀਕ ਹੈ ਨਾ। ਥੋੜ੍ਹਾ ਥੋੜ੍ਹਾ ਇਹਨੂੰ ਰੋਸਟ ਕਰਨਾ ਯਾਨੀ ਕਿ ਫਰਾਈ ਕਰਨਾ। ਅਤੇ ਇੱਥੇ 2 ਚਮਚ ਮੈਂ ਲਾਲ ਮਿਰਚ ਪਾਊਡਰ ਪਾ ਤਾ, 1 ਚਮਚ ਨਮਕ ਪਾ ਤਾ, ਠੀਕ ਹੈ ਨਾ। ਉਸ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰਾਂਗੇ। ਅਤੇ ਇੱਥੇ ਮੈਂ ਤਕਰੀਬਨ ਅੱਧਾ ਗਲਾਸ ਪਾਣੀ ਦੇ ਵਿੱਚ ਪਾਇਆ ਸੀਗਾ। ਹੁਣ ਅਸੀਂ ਇਹਨੂੰ 2 ਮਿੰਟ ਪਕਾਵਾਂਗੇ। ਅਤੇ 2 ਮਿੰਟ ਪਕਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ 1 ਪਿਆਲੀ ਜਿਹੜੀ ਹੈ ਨਾ ਸੂਜੀ ਐਡ ਕਰ ਦੇਵਾਂਗੇ। ਅਤੇ ਆਹ ਮੈਂ ਸਾਰੀ ਸੂਜੀ ਇਹਦੇ ਵਿੱਚ ਐਡ ਕਰ ਦਿੱਤੀ ਆ। ਅਤੇ ਹੁਣ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ ਅਤੇ ਮੁਸਲਸਲ ਚਮਚ ਹਿਲਾਵਾਂਗੇ ਤਾਂ ਕਿ ਇਹ ਸੜੇ ਨਾ, ਥੱਲੇ ਨਾ ਲੱਗੇ, ਜਸਟ ਪੱਕ ਜਾਵੇ, ਠੀਕ ਹੈ ਨਾ। ਅਸੀਂ ਇਸ ਮਿਕਸਚਰ ਨੂੰ ਨਾ ਬਿਲਕੁਲ ਗਾੜਾ ਕਰਨਾ ਵਾ, ਥਿੱਕ ਜਿਹਾ ਕਰ ਦੇਣਾ ਅਸੀਂ ਇਸ ਮਿਕਸਚਰ ਨੂੰ। ਅਤੇ ਸਾੜ ਨਹੀਂ ਦੇਣਾ ਕਿ ਉਹ ਕੜਾਹੀ ਨੂੰ ਚਿਮੜੀ ਪਈ ਹੋਵੇ ਅਤੇ ਘਰੋਂ ਗਾਲਾਂ ਪੈ ਜਾਣ, ਇਸ ਚੀਜ਼ ਦਾ ਖਿਆਲ ਰੱਖਣਾ। ਤਾਂ ਆਹ ਦੇਖੋ ਮਿਕਸਰ ਕਾਫੀ ਗਾੜਾ ਹੋ ਗਿਆ, ਠੀਕ ਹੈ ਨਾ। ਅਸੀਂ ਇਹਨੂੰ ਮਜ਼ੀਦ ਗਾੜਾ ਕਰਨਾ ਵਾ ਤਾਂ ਕਿ ਇਹ ਨਾ ਆਪਸ ਚਿਪਕਣਾ ਸ਼ੁਰੂ ਹੋ ਜਾਵੇ। ਤਾਂ ਆਹ ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮਿਕਸਚਰ ਜਿਹੜਾ ਹੈ ਨਾ ਉਹ ਇੰਨਾ ਗਾੜਾ ਹੋ ਗਿਆ ਕਿ ਹੁਣ ਤਾਂ ਹਿੱਲਣ ਵੀ ਨਹੀਂ ਦਿਆ। ਤਾਂ ਆਪਾਂ ਇੱਥੇ ਫਲੇਮ ਨੂੰ ਬੰਦ ਕਰ ਦੇਣਾ ਅਤੇ ਕੜਾਹੀ ਨੂੰ ਆਪਾਂ ਥੱਲੇ ਲਾ ਲੈਣਾ, ਠੀਕ ਹੈ ਨਾ। ਮਤਲਬ ਚੁੱਲ੍ਹੇ ਤੋਂ ਥੱਲੇ ਲਾ ਲੈਣਾ ਕਿਉਂਕਿ ਆਪਾਂ ਇਹ ਮਿਕਸਰ ਨੂੰ ਨਾ ਹੁਣ ਡਿਸ਼ ਦੇ ਵਿੱਚ ਸਜਾਉਣਾ। ਅੱਛਾ, ਤਾਂ ਹੁਣ ਤੁਸੀਂ ਆ ਦੇਖੋ ਕਿ ਮੈਂ ਇੱਕ ਡਿਸ਼ ਲਈ ਸੀ ਅਤੇ ਮੈਂ ਚਮਚ ਦੇ ਨਾਲ ਨਾ ਮਤਲਬ ਘਿਓ ਲੈ ਕੇ ਨਾ ਥੋੜ੍ਹਾ ਜਿੰਨਾ ਅਤੇ ਪੂਰੀ ਡਿਸ਼ ਦੇ ਵਿੱਚ ਲਗਾਇਆ ਸੀ ਘਿਓ। ਹੁਣ ਬਰੱਸ਼ ਤਾਂ ਹੈ ਨਹੀਂ ਸੀ ਮੇਰੇ ਕੋਲ, ਉਹ ਵਾਲ ਕਾਲੇ ਕਰਨ ਵਾਲਾ ਬਰੱਸ਼ ਪਿਆ ਸੀ, ਉਹ ਤਾਂ ਆਪਾਂ ਹੁਣ ਰੈਸਪੀ 'ਚ ਯੂਜ਼ ਨਹੀਂ ਕਰ ਸਕਦੇ ਨਾ। ਅਤੇ ਮੈਂ ਇਸੇ ਚਮਚੀ ਦੇ ਨਾਲ ਹੀ ਘਿਓ ਲਗਾ ਕੇ ਨਾ ਉਹ ਸਾਰਾ ਮਿਕਸਚਰ ਆਪਾਂ ਨਾ ਇੱਥੇ ਐਡ ਕਰ ਦੇਣਾ ਇਸ ਡਿਸ਼ ਵਿੱਚ। ਸਾਰਾ ਮਿਕਸਚਰ ਇਸ ਡਿਸ਼ ਵਿੱਚ ਐਡ ਕਰਨ ਤੋਂ ਬਾਅਦ ਇਹਨੂੰ ਅਸੀਂ ਅੱਛੇ ਤਰੀਕੇ ਨਾਲ ਸਜਾ ਦੇਣਾ। ਦੇਖੋ ਬਿਲਕੁਲ ਡੈਕੋਰੇਟ ਕਰ ਦੇਣਾ, ਠੀਕ ਹੈ ਨਾ। ਤਾਂ ਆਪਾਂ ਇਹਨੂੰ ਹੁਣ ਅੱਧੇ ਘੰਟੇ ਵਾਸਤੇ ਨਾ ਫਰਿੱਜ ਦੇ ਵਿੱਚ ਰੱਖ ਦੇਣਾ। ਫਰਿੱਜ ਵਿੱਚ ਰੱਖੇ ਹੋਏ ਇਸ ਮਿਕਸਚਰ ਨੂੰ ਨਾ ਅੱਧਾ ਘੰਟਾ ਹੋ ਗਿਆ ਸੀ ਅਤੇ ਹੁਣ ਮੈਂ ਨਾ ਇੱਥੋਂ ਕਟਿੰਗ ਕਰਕੇ ਨਾ ਇਹਦੀਆਂ ਟੁਕੜੀਆਂ ਬਣਾ ਲੈਣੀਆਂ। ਮਤਲਬ ਉਹੀ ਟਿੱਕੀਆਂ, ਮਤਲਬ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ। ਦੇਖੋ ਮੈਂ ਚੌਰਸ ਟਿੱਕੀਆਂ ਕੱਟ ਲਈਆਂ, ਠੀਕ ਹੈ ਨਾ। ਇੱਦਾਂ ਹੀ ਆਪਾਂ ਸਾਰੀਆਂ ਟਿੱਕੀਆਂ ਕੱਟ ਲਵਾਂਗੇ, ਠੀਕ ਹੈ ਨਾ। ਤੁਹਾਡੀ ਮਰਜ਼ੀ, ਤੁਸੀਂ ਕੋਈ ਵੀ ਮਰਜ਼ੀ ਸ਼ੇਪ ਦੇ ਦਿਓ। ਹੁਣ ਆਪਾਂ ਇੱਕ ਕੜਾਹੀ ਲਵਾਂਗੇ ਅਤੇ ਉਹਦੇ ਵਿੱਚ ਆਪਾਂ ਘਿਓ ਐਡ ਕਰ ਦੇਵਾਂਗੇ, ਠੀਕ ਹੈ ਨਾ। ਘਿਓ ਜਦੋਂ ਗਰਮ ਹੋ ਜਾਊਗਾ ਨਾ ਫਿਰ ਉਹਦੇ ਵਿੱਚ ਆਪਾਂ ਟਿੱਕੀ ਰੱਖਣੀ ਆ। ਠੰਡੇ ਘਿਓ ਦੇ ਵਿੱਚ ਆਪਾਂ ਟਿੱਕੀ ਰੱਖ ਦਾਂਗੇ ਨਾ ਉਹ ਥੱਲੇ ਹੀ ਚਿਮੜ ਜਾਣੀ, ਠੀਕ ਹੈ ਨਾ। ਪਕੜੀ ਪੁਕੜੀ ਕੁਛ ਵੀ ਨਹੀਂ ਅਤੇ ਉਲਟੀਆਂ ਗਾਲਾਂ ਹੀ ਪੈਣੀਆਂ, ਠੀਕ ਹੈ ਨਾ। ਤਾਂ ਦੇਖੋ ਮੈਂ ਸਾਈਡ ਵੀ ਚੇਂਜ ਕਰ ਦਿੱਤੀ। ਆਪਾਂ ਇੱਕ ਸਾਈਡ ਨੂੰ ਨਾ ਤਕਰੀਬਨ 2 ਤੋਂ 3 ਮਿੰਟ ਦੇਣੇ ਆ, ਫਿਰ ਹੀ ਅੱਛੇ ਤਰੀਕੇ ਨਾਲ ਫਰਾਈ ਹੁੰਦੀਆਂ। ਤਾਂ ਹੁਣ ਤੁਸੀਂ ਫਾਈਨਲ ਲੁੱਕ ਦੇਖ ਲਓ ਕਿ ਤੁਹਾਡੇ ਸਾਹਮਣੇ ਮੈਂ ਟਿੱਕੀਆਂ ਜਿਹੜੀਆਂ ਫਰਾਈ ਕੀਤੀਆਂ ਵੀ, ਬਣਾਈਆਂ ਵੀ, ਠੀਕ ਹੈ ਨਾ।
ਉਮੀਦ ਵਾ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਵੀ ਆਈ ਹੋਣੀ ਤੇ ਸਮਝ ਵੀ ਆ ਗਈ ਹੋਣੀ ਕਿ ਮੈਂ ਕਿੱਦਾਂ ਰੈਸਪੀ ਬਣਾਈ ਆ। ਤੇ ਤੁਸੀਂ ਵੀ ਜ਼ਰੂਰ ਆਪਣੇ ਘਰ ਵਿੱਚ ਟਰਾਈ ਕਰੋਗੇ ਤਾਂ ਉਮੀਦ ਵਾ ਕਿ ਬਹੁਤ ਹੀ ਵਧੀਆ ਜਿਹੀਆਂ ਟਿੱਕੀਆਂ ਬਣ ਕੇ ਤਿਆਰ ਹੋਊਗੀਆਂ। ਠੀਕ ਹੈ ਨਾ। ਤਾਂ ਹੁਣ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਇੱਕ ਹੋਰ ਨਈ ਵੀਡੀਓ ਦੇ ਨਾਲ, ਇੱਕ ਨਈ ਰੈਸਪੀ ਦੇ ਨਾਲ। ਠੀਕ ਹੈ ਨਾ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਟੇਕ ਕੇਅਰ ਐਂਡ ਅੱਲਾ ਹਾਫਿਜ਼।